बिस्मिल्लाहिर्रहमानिर्रहीम अस्सलाम वालेकुम। कैसे हो मेरे प्यारे दोस्तों, मैं हूं आपका दोस्त उमर यूसुफ और आप देख रहे हैं फार्मिंग बिजनेस इन्फो। फार्मिंग बिजनेस इन्फो एक ऐसा चैनल है जिसमें आपकी मुकम्मल रहनुमाई की जाती है, वो चाहे वो नुकसान की सूरत में हो या फ़ायदे की सूरत में हो। आपको नुकसान भी बताया जाता है कि इस कारोबार में कितना नुकसान है और इस कारोबार में कितना फ़ायदा है। कोई ड्रामेबाजी आपके साथ नहीं की जाती। तो आज की जो हम आपके लिए वीडियो लेके आए हैं वो है मिक्स गोड प्लस भेड़ फार्मिंग के बारे में। तो आज की इस वीडियो में हम जानेंगे किस तरह हम एक साल का भेड़ का बच्चा 35 से 40 हज़ार रुपये में सेल कर सकते हैं। तो आज ईद से 3-4 माह पहले हम भेड़ें लाकर किस तरह ईद पर सेल कर सकते हैं। तो अगर आज की वीडियो पसंद आए तो कमेंट्स में अपनी राय का इजहार लाजमी कीजिएगा। कमेंट्स हमें लाजमी करके बताइएगा कि ये वीडियो कैसी लगी। तो आज की वीडियो टाइम ज़ाया किए बिना स्टार्ट करते हैं। आज की वीडियो मिक्स गोड प्लस भेड़ फार्मिंग की। तो चले आइए आज का इंटरव्यू स्टार्ट करते हैं। अस्सलाम वालेकुम। वालेकुम अस्सलाम। भाईजान की हाल है? अल्लाह का करम है भाई, आप सुनाएं। अल्लाह ਦਾ ਸ਼ੁਕਰ ਹੈ। ਕੀ ਨਾਂ ਹੈ ਪਿਆਰੇ ਭਾਈ? रहमान अली शाह। रहमान ਸਾਹਿਬ, ਕਿੰਨੇ ਸਾਲ ਤੋਂ ਤੁਸੀਂ ਭੇਡਾਂ ਪਾਲਣ ਦਾ ਕੰਮ ਕਰਦੇ ਹੋ? तकरीबन कोई 15 ਤੋਂ 16 ਸਾਲ ਹੋ ਗਏ ਨੇ। ਮਾਸ਼ਾਅੱਲਾ। ਸਿਰਫ ਭੇਡਾਂ ਨੇ ਕਿ ਬੱਕਰੀਆਂ ਵੀ ਨੇ? ਬੱਕਰੀਆਂ ਵੀ ਹੈ ਨੇ ਭਾਈ, ਭੇਡਾਂ ਵੀ ਹੈ ਨੇ। ਕਿੰਨੀਆਂ ਬੱਕਰੀਆਂ ਤੇ ਕਿੰਨੀਆਂ ਭੇਡਾਂ ਨੇ? ਤਕਰੀਬਨ ਮਿਲਾ ਕੇ 40 ਹੋ ਜਾਂਦੀਆਂ। ਜ਼ਿਆਦਾ ਭੇਡਾਂ ਨੇ ਕਿ ਬੱਕਰੀਆਂ? ਜ਼ਿਆਦਾ ਭੇਡਾਂ ਨੇ। ਇਹ ਕੀ ਵਜ੍ਹਾ, ਤੁਸੀਂ ਜ਼ਿਆਦਾ ਭੇਡਾਂ ਕਿਉਂ ਰੱਖੀਆਂ ਨੇ? ਵਜ੍ਹਾ ਇਹ ਹੀ ਹੈ ਸਰ ਕਿ ਸਰਦੀਆਂ ਦੇ ਵਿੱਚ ਭੇਡਾਂ ਨੂੰ ਨਾ ਸਰਦੀ ਕਮ ਮਹਿਸੂਸ ਹੁੰਦੀ ਹੈ, ਇਹਨਾਂ ਤੇ ਉਨ ਵਗੈਰਾ ਹੁੰਦੀ ਹੈ, ਤੇ ਬੱਕਰੀਆਂ ਜ਼ਰਾ ਠੰਡ ਲੱਗ ਜਾਂਦੀ ਹੈ, ਬਿਮਾਰ ਹੋ ਜਾਂਦੀਆਂ ਇਸ ਵਜ੍ਹਾ ਤੋਂ। ਅੱਛਾ, ਯਾਨੀ ਕਿ ਸਰਦੀਆਂ ਵਿੱਚ ਤੁਹਾਨੂੰ ਮਸਲਾ ਨਹੀਂ ਹੁੰਦਾ, ਤਾਂ ਵਾਸਤੇ ਤੁਸੀਂ ਜ਼ਿਆਦਾ ਭੇਡਾਂ ਰੱਖੀਆਂ ਨੇ। ਭੇਡਾਂ ਦੀ ਇੱਕ ਖਾਸੀਅਤ ਹੋ ਰਿਹਾ ਵੇ ਕਿ ਜਿਨ੍ਹਾਂ ਨੂੰ ਇੱਥੇ ਜਿੱਥੇ ਛੱਡਦੇ ਨੇ ਇਹਨਾਂ ਨੂੰ, ਉੱਥੇ ਇਹਨਾਂ ਨੇ ਚੁੱਕਦੀਆਂ ਰਹਿਣਾ, ਮੂੰਹ ਨਹੀਂ ਇਹਨਾਂ ਨੇ ਚੁੱਕਣਾ ਉੱਤੇ। ਤੇ ਬੱਕਰੀਆਂ ਕਦੀ ਦੌੜ ਕੇ ਇੱਧਰ ਜਾਂਦੀਆਂ, ਕਦੀ ਇੱਧਰ ਜਾਂਦੀਆਂ, ਉਹ ਪਰੇਸ਼ਾਨੀ ਬਣਦੀ ਹੈ। ਯਾਨੀ ਬੱਕਰੀਆਂ ਨਹਰੇ ਕਰਦੀਆਂ ਨੇ, ਇਹਨਾਂ ਨੂੰ ਜੋ ਲੱਭੇ ਮਿਸਾ ਲੂਣਾ ਖਾ ਲੈਂਦੀਆਂ ਨੇ। ਇਹ ਖਾ ਲੈਂਦੀਆਂ ਨੇ। ਤੇ ਜਿਹੜੀਆਂ ਭੇਡਾਂ ਨੇ ਉਹ ਕਿਹੜੀ ਨਸਲ ਦੀਆਂ ਨੇ? ਭੇਡਾਂ ਭਾਈ ਜਾਨ ਕਜਲੀਆਂ ਵੀ ਹੈ ਨੇ, ਜ਼ਿਆਦਾ ਕਜਲੀਆਂ ਨੇ ਤੇ ਥੋੜੀਆਂ ਦੋਗਲੀਆਂ ਵੀ ਹੈ ਨੇ, ਵਿੱਚ ਮਿਕਸ ਹੀ ਹੈ ਸਾਰਾ। ਜਿਹੜੀ ਕਜਲੀ ਏ ਤੇ ਜਿਹੜੀ ਦੋਗਲੀ ਏ, ਇਹਦੇ 'ਚ ਕੀ ਫਰਕ ਏ? ਆਮ ਬੰਦੇ ਨੂੰ ਕਿੰਜ ਪਤਾ ਚੱਲੇਦਾ ਇਹ ਕਜਲੀ ਏ ਤੇ ਇਹ ਦੋਗਲੀ ਏ? ਕਜਲੀ ਭਾਈ ਜਾਨ ਉਹਦਾ ਮੂੰਹ ਕਾਲਾ ਹੋਏਗਾ, ਉਹਦੇ ਕੰਨ ਦੋਨੋਂ ਥੱਲੇ ਕਾਲੇ ਹੋਣਗੇ। ਅੱਛਾ, ਠੀਕ ਹੈ। ਉਹਦੇ ਪਾਉ ਜਿਹੜੇ ਨੇ ਥੱਲੇ ਅੱਧੇ ਅੱਧੇ ਕਾਲੇ ਹੋਣਗੇ ਚਾਰੇ, ਤੇ ਉਹਨੂੰ ਕਜਲੀ ਕਹਿੰਦੇ ਨੇ। ਤੇ ਜਿਹੜੀ ਦੋਗਲੀ ਏ? ਦੋਗਲੀ ਐਵੇਂ ਹੀ ਹੁੰਦੀ ਹੈ ਬਸ, ਬਿਲਕੁਲ ਸਾਫ਼। ਤੇ ਜ਼ਿਆਦਾ ਮੰਗ ਕਿਹਦੀ ਏ, ਦੋਗਲੀ ਦੀ ਜਾਂ ਕਜਲੀ ਦੀ? ਮੰਗ ਹੈ ਕਜਲੀ ਦੀ। ਹਾਂਜੀ, ਕਜਲੀ ਦੀ। ਕਜਲੀ ਮਹਿੰਗੀ ਸੇਲ ਹੁੰਦੀ ਏ? ਕਜਲੀ ਮਹਿੰਗੀ ਸੇਲ ਹੁੰਦੀ ਹੈ। ਤੁਸੀਂ ਸਾਲ ਵਿੱਚ ਕਿੰਨੇ ਜਾਨਵਰ ਸੇਲ ਕਰ ਦਿੰਦੇ ਹੋ? ਤਕਰੀਬਨ ਕੋਈ 15 ਤੋਂ 16, ਕਦੀ ਵੀ। ਭੇਡੇ ਸੇਲ ਕਰਦੇ ਹੋ? ਹਾਂ, ਭੇਡਾਂ ਬੱਕਰੀ ਇਹਨਾਂ ਦੇ ਅਸੀਂ ਸਾਲ ਦੇ ਸਾਲ ਤਕਰੀਬਨ ਈਦ ਤੇ ਨਾ, ਵੱਡੀ ਈਦ ਤੇ ਉਦੋਂ ਸੇਲ ਕਰਦੇ ਹਾਂ, ਤੇ ਬੱਕਰੀ ਸੇਲ ਕਰੀਦੇ ਨੇ, ਭੇਡਾਂ ਨਹੀਂ ਦੇਈਦੀਆਂ। ਅੱਛਾ, ਇਹਨਾਂ ਦੀ ਪੈਦਾਵਾਰ ਲਈਦੀ ਅੱਗੋਂ, ਠੀਕ ਹੈ, ਤਾਂ ਕਿ ਇਹਨਾਂ ਦੀ ਨਸਲ ਵੱਧ ਜੇ ਫੇਰ। ਠੀਕ ਹੈ। ਯਾਨੀ ਤੁਸੀਂ ਬੱਕਰੀ ਸੇਲ ਕਰਦੇ ਹੋ? ਜੀ, ਬੱਕਰੀ ਹਰ ਸਾਲ ਕਿੰਨੇ ਕੋਈ 15-20 ਸੇਲ ਹੋ ਜਾਂਦੇ ਨੇ? ਹਾਂਜੀ, ਕੁੱਲ ਤਕਰੀਬਨ ਹਾਂ ਇੰਨੇ ਕੁ ਹੋ ਹੀ ਜਾਂਦੇ ਨੇ। ਕੁਛ ਬਾਜ਼ਾਰ ਚੋਂ ਲੈ ਕੇ ਆਈ ਜਾਂਦੇ ਨੇ, ਮੁੱਲ ਲਿਆ ਕੇ ਇਹਨਾਂ ਦੀ ਦੇਖਭਾਲ ਕਰਕੇ, ਠੀਕ ਹੈ, ਫਿਰ ਇਹਨਾਂ ਉਹ ਈਦ ਤੋਂ ਪਹਿਲੇ ਲੈ ਕੇ ਆਉਂਦੇ ਹੋ? ਈਦ ਤੋਂ ਪਹਿਲੇ ਕੋਈ 3-4 ਮਾਹ ਪਹਿਲੇ। ਜ਼ਿਆਦਾ ਫਾਇਦਾ ਤੁਹਾਨੂੰ ਕਿੰਨਾ 'ਚ ਹੁੰਦਾ ਹੈ? ਜਿਹੜੇ ਤੁਸੀਂ ਆਪਣੇ ਜਾਨਵਰਾਂ ਤੋਂ ਨਸਲ ਵਧੀਏ ਉਹ ਬੱਚੇ ਜਵਾਨ ਕਰਦੇ ਹੋ, ਹਾਂਜੀ, ਉਹਨਾਂ 'ਚ ਫਾਇਦਾ ਹੁੰਦਾ ਹੈ, ਜਾਂ ਜਿਹੜੇ ਤੁਸੀਂ ਖੁਦ ਮੁੱਲ ਲਿਆ ਕੇ ਕੁਛ ਮਹੀਨੇ ਰੱਖ ਕੇ ਫਿਰ ਸੇਲ ਕਰਦੇ ਆ? ਫਾਇਦਾ ਤਕਰੀਬਨ ਦੋਨਾਂ 'ਚ ਠੀਕ ਹੀ ਹੈ, ਲੇਕਿਨ ਇਹ ਵੀ ਕਿ ਮਿਹਨਤ ਹੀ ਹੈ। ਵੇਖੋ ਨਾ, ਗੁੜ ਜਿੰਨਾ ਪਾ ਲਓ ਮਿੱਠਾ ਤੇ ਉਨਾ ਹੀ ਹੋਣਾ। ਜੀ। ਮਿਹਨਤ ਕਰੋਗੇ ਤੇ ਹਰ ਚੀਜ਼ ਸਿੱਧੀ ਪੱਧਰੀ ਹੁੰਦੀ ਰਹੇਗੀ। ਬਾਕੀ ਸ਼ੁਕਰ ਹੈ ਅੱਲਾ ਦਾ, ਠੀਕ ਹੈ, ਦੋਵੇਂ ਸਿਸਟਮ। ਤੇ ਭੇਡ ਦਾ ਜਿਹੜਾ ਬੱਚਾ ਹੈ, ਹਾਂਜੀ, ਉਹ ਤੁਸੀਂ ਜਿਹੜਾ ਈਦ ਤੇ ਸੇਲ ਕਰਦੇ ਹੋ, ਉਹਦੀ ਕਿੰਨੀ ਉਮਰ ਹੁੰਦੀ ਹੈ? ਉਹ ਤਕਰੀਬਨ ਹੁੰਦਾ ਸਾਲ ਦਾ। ਸਾਲ ਦਾ? ਉਹ 6 ਮਹੀਨੇ ਦਾ ਲੱਗ ਜਾਂਦਾ ਕੁਰਬਾਨੀ ਮੇਰੇ? ਜਾਂਦਾ ਕੁਰਬਾਨੀ ਦੇ। ਤੇ ਸਾਲ ਦਾ ਜਾਨਵਰ ਕਿੰਨੇ ਦਾ ਸੇਲ ਹੋ ਜਾਂਦਾ ਹੈ? ਤਕਰੀਬਨ ਫਰਕੋ ਫਰਕੀ ਹੁੰਦੇ ਨੇ ਜਾਨਵਰ, ਕੋਈ ਸਹੀ ਹੁੰਦੇ ਨੇ, ਕਿਸੇ ਦਾ 40,000 ਰੇਟ ਹੋਏਗਾ, ਕਿਸੇ ਦਾ 45 ਹੋਏਗਾ, ਕਿਸੇ ਦਾ 60 ਹੋਏਗਾ, ਕਿਸੇ ਦਾ 20 ਹੋਏਗਾ, 25-15, ਇਸ ਤਰ੍ਹਾਂ ਫਰਕੋ ਫਰਕੀ ਰੇਟ ਹੁੰਦੇ ਨੇ। ਨਹੀਂ, ਜਿਹੜਾ ਸਾਲ ਦਾ ਤੇ ਕੋਈ 19-20 ਦੇ ਫਰਕ ਹੋਣਾ ਹੈ ਨਾ, ਕਿ ਉਹਨਾਂ ਦੀ ਗਰੋਥ ਵਿੱਚ ਇੰਨਾ ਫਰਕ ਕਿੰਜ ਆ ਗਿਆ? ਬਸ ਫਿਰ ਉਹਨਾਂ ਦੀ ਜ਼ਿਆਦਾ ਕੀਮਤ ਹੁੰਦੀ ਹੈ ਨਾ ਜਿਹੜੇ ਸਾਲ ਦੇ ਨੇ। ਬਾਕੀ ਜਿਹੜਾ 6 ਮਹੀਨੇ ਦਾ ਹੋਏਗਾ ਉਹਦੀ ਥੋੜੀ ਉਹਦੀ ਕੰਮ ਹੋਏਦੀ। ਮੈਂ ਜਦ ਸਾਲ ਦਾ ਪੁੱਛਿਆ, ਤੁਸੀਂ ਕਿਹਾ ਨਾ ਸੀ ਤੁਸੀਂ ਸਾਲ ਦਾ ਸੇਲ ਕਰਦੇ ਹੋ। ਹਾਂਜੀ, ਉਹ ਜਿਹੜਾ ਸਾਲ ਦਾ ਭੇਡ ਦਾ ਬੱਚਾ ਉਹ ਕਿੰਨੇ ਦਾ ਸੇਲ ਹੋਏਦਾ? ਉਹ ਹੋ ਜਾਏਗਾ ਕੋਈ 45 ਤੋਂ 50 ਤੱਕ। ਤੇ ਕਿੱਥੇ ਸੇਲ ਕਰਦੇ ਹੋ? ਮੰਡੀ ਵਿੱਚ ਜਾਂ ਮੰਡੀ 'ਚ ਇੱਥੇ? ਜਾ ਕੇ, ਮੰਡੀ 'ਚ। ਅੱਛਾ, ਮੰਡੀ 'ਚ ਹਾਂਜੀ। ਸਾਰੇ ਜਾਨਵਰ ਉੱਥੇ ਸੇਲ ਕਰਦੇ ਹੋ? ਹਾਂਜੀ, ਤੇ ਜਿਹੜੀਆਂ ਭੇਡਾਂ ਹੁੰਦੀਆਂ ਨੇ ਉਹ ਤੁਸੀਂ ਸੇਲ ਨਹੀਂ ਕਰਦੇ? ਭੇਡਾਂ ਨਹੀਂ ਸੇਲ ਕਰਦੇ। ਤੇ ਭੇਡਾਂ ਦੁੱਧ ਕਿੰਨਾ ਕੁ ਦੇ ਹਟਦੀਆਂ ਨੇ? ਦੁੱਧ ਇਹਨਾਂ ਦਾ ਨਹੀਂ ਚਾਹੀਦਾ, ਇਹਨਾਂ ਦੇ ਬੱਚੇ ਹੀ ਦੁੱਧ ਪੀ ਲੈਂਦੇ ਨੇ। ਅੱਛਾ। ਠੀਕ ਹੈ, ਘਰ ਵਾਸਤੇ ਦੁੱਧ ਨਹੀਂ ਲਈਦਾ ਇਹਨਾਂ ਦਾ। ਤੇ ਇਹ ਕਿੰਨੇ ਮਹੀਨੇ ਬਾਅਦ ਹੁੰਦੀਆਂ ਜੇ? ਤਕਰੀਬਨ 6 ਮਹੀਨੇ ਬਾਅਦ ਹੁੰਦੀਆਂ ਨੇ। 6 ਮਹੀਨੇ ਬਾਅਦ? ਹਾਂਜੀ। ਸਾਲ ਵਿੱਚ 2 ਦਫਾ ਸੂਈ ਜਾਂਦੀ ਕਿ ਨਹੀਂ? 2 ਦਫਾ ਨਹੀਂ, 1 ਦਫਾ ਹੀ ਸੋਏਗੀ। ਠੀਕ। ਹਾਂਜੀ।
ਅੱਛਾ ਭਾਈ, ਜਿਹੜੀ ਭੇਡ ਏ ਹਾਂਜੀ, ਇਹ ਕਿੰਨੇ ਮਹੀਨੇ ਬਾਅਦ ਸੁੰਦੀ ਹੈ? ਤਕਰੀਬਨ 6 ਮਹੀਨੇ ਬਾਅਦ ਸੂੰਦੀ ਹੈ। ਸਾਲ ਵਿੱਚ 2 ਦਫਾ ਸੂਈ ਜਾਂਦੀ ਹੈ ਕਿ ਜ਼ਿਆਦਾ ਟਾਈਮ ਲੈਂਦੀ ਹੈ? ਸਵਾ ਸਾਲ ਦੇ ਵਿੱਚ 2 ਦਫਾ ਸੂ ਜਾਂਦੀ ਹੈ। ਸਵਾ ਸਾਲ ਦੇ ਵਿੱਚ ਹਾਂਜੀ, 2 ਸਵਾ ਦਫਾ, ਸਾਲ ਯਾਨੀ ਦੇ 15 ਮਹੀਨਿਆਂ 'ਚ 2 ਦਫਾ ਜੀ, ਸੂਈ ਜਾਂਦੀ 15 ਮਹੀਨਿਆਂ 'ਚ 2 ਦਫਾ। ਤੇ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਬੱਚੇ ਦਿੰਦੀ ਜੇ? ਜ਼ਿਆਦਾ ਤੋਂ ਜ਼ਿਆਦਾ ਕਈ ਹੁੰਦੀਆਂ ਨੇ 4 ਵੀ ਦੇ ਦਿੰਦੀਆਂ, ਨਹੀਂ ਤੇ ਜ਼ਿਆਦਾਤਰ 2 ਹੀ ਦਿੰਦੀਆਂ ਨੇ, ਇਸ ਤੋਂ ਜ਼ਿਆਦਾ ਨਹੀਂ। ਅਗਰ ਬੱਚੇ ਜ਼ਿਆਦਾ ਹੋਣ ਫਿਰ ਉਹ ਭੇਡ ਤੁਸੀਂ ਉਹਨੂੰ ਅੱਛੀ ਕਹੋਗੇ ਜਾਂ 2 ਦੇ ਤੇ ਫਿਰ ਅੱਛੀ ਹੈ? ਹਾਂਜੀ, ਭੇਡ ਤੇ ਉਹੀ ਹੈ ਜਿਹੜੀ 2 ਦੇਗੀ ਜਾਂ 4 ਦੇਗੀ, ਭੇਡ ਉਹੀ ਅੱਛੀ ਹੈ। ਠੀਕ ਹੈ, ਜਿਹੜੀ ਇੱਕ ਦੇਗੀ ਹੈ ਤੇ ਉਹ ਵੀ ਅੱਛੀ ਹੈ, ਮਗਰ ਉਹ ਫਾਇਦਾ ਨਹੀਂ ਹੋਏਗਾ ਜੋ ਇਨਸਾਨ ਚਾਹੁੰਦਾ ਨਾ, ਉਹ ਨਹੀਂ ਹੁੰਦਾ ਫਿਰ। ਇਹ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਨਾ ਭੇਡਾਂ ਦੇ ਬਾਰੇ 'ਚ, ਤੇ ਜਿਹੜੀਆਂ ਬੱਕਰੀਆਂ ਰੱਖੀਆਂ ਨੇ ਉਹ ਕਿਹੜੀ ਨਸਲ ਦੀਆਂ ਨੇ? ਬੱਕਰੀਆਂ ਵੀ ਭਾਈ ਜਾਨ ਦੇਸੀ ਨੇ, ਵਿੱਚ ਦੋਗਲੀਆਂ ਵੀ ਹੈ ਨੇ, ਟੈਡੀ ਵੀ ਨੇ, ਤਕਰੀਬਨ ਸਾਰਾ ਮਾਲ ਮਿਕਸ ਹੀ ਹੈਗਾ। ਅੱਛਾ, ਮਿਕਸ ਹੀ ਹੈ। ਤੇ 40 ਜਾਨਵਰਾਂ ਨੂੰ ਕਿੰਨੇ ਬੰਦੇ ਸੰਭਾਲਦੇ ਹੋ? 2 ਬੰਦੇ ਸੰਭਾਲਨੇ ਆ ਭਾਈ। ਇੱਕ ਤੁਸੀਂ ਹੋ, ਹਾਂਜੀ। ਇੱਕ ਨਾਲ ਭਾਈ ਨੇ, ਭਾਈ ਨੇ ਵੱਡੇ। ਤੇ ਨਾਲ ਕੋਈ ਹੋਰ ਵੀ ਕੰਮ ਕਰਦੇ ਹੋ ਜਾਂ ਸਾਰਾ ਦਿਨ ਉਹਨਾਂ ਹੋਰ ਤੇ? ਮੈਂ ਯਾਰ ਪੈਟਰੋਲ ਪੰਪ ਤੇ ਜੌਬ ਕਰਨਾ, ਰਾਤ ਦੀ ਡਿਊਟੀ ਹੈ ਮੇਰੀ। ਅੱਛਾ, ਤੇ ਭਾਈ ਨਾਲ ਟਾਈਮ ਦਿੰਦੇ ਨੇ, ਨਾਲ ਤੁਸੀਂ ਦਿੰਦੇ ਹੋ, ਹਾਂਜੀ ਰਲ ਮਿਲ ਕੇ? ਜੀ। ਵੈਸੇ 40 ਜਾਨਵਰਾਂ ਨੂੰ ਇੱਕ ਬੰਦਾ ਆਸਾਨੀ ਨਾਲ ਸੰਭਾਲ ਸਕਦਾ ਹੈ? ਨਹੀਂ, ਇੱਕ ਬੰਦਾ ਨਹੀਂ ਆਸਾਨੀ ਨਾਲ ਸੰਭਾਲ ਸਕਦਾ, ਹੂੰ, ਕਿਉਂਕਿ ਇਹ ਕੰਮ ਮੁਸ਼ਕਿਲ ਹੈ। ਇਹ 2 ਬੰਦੇ ਚਾਹੀਦੇ ਨੇ? ਹਾਂਜੀ, 2 ਬੰਦੇ ਲਾਜ਼ਮੀ ਮਸਟ ਹੋਣੇ ਚਾਹੀਦੇ ਨੇ, 2 ਬੰਦੇ। ਤੁਸੀਂ ਇਹਨਾਂ ਦੀ ਰੋਜ਼ਾਨਾ ਦੀ ਕੀ ਰੁਟੀਨ ਰੱਖੀ ਹੈ? ਸਵੇਰ ਤੋਂ ਲੈ ਕੇ ਸੁਬਾਹ ਸ਼ਾਮ ਤੱਕ ਤਕਰੀਬਨ- ਦੱਸਣਾ ਹੈ? ਹਾਂਜੀ, ਸਵੇਰ ਤੋਂ ਲੈ ਕੇ ਨਾ, ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਕੋਈ 5, 4:30, 5 ਵਜੇ ਤੱਕ ਇਹਨਾਂ ਨੂੰ ਚਰਾਉਣਾ ਹੁੰਦਾ ਹੈ। ਠੀਕ ਹੈ, ਉਹਦੇ 'ਚ ਹੀ ਇਹਨਾਂ ਨੂੰ ਪਾਣੀ ਸ਼ਾਨੀ ਪਿਲਾਉਣਾ, ਉਹਨਾਂ ਆਪਣਾ ਦੇਖਭਾਲ ਕਰਨੀ। ਫਿਰ ਸ਼ਾਮ ਨੂੰ ਇਹਨਾਂ ਨੂੰ ਕਮਰਿਆਂ ਦੇ ਵਿੱਚ ਲਿਆ ਕੇ ਰੱਖਣਾ ਹੈ, ਸੁੱਕੀ ਜਗ੍ਹਾ ਤੇ। ਠੀਕ ਹੈ, ਥੱਲੇ ਇਹਨਾਂ ਦੀ ਸਾਫ਼ ਸਫਾਈ ਕਰਨੀ ਹੈ, ਔਰ ਉਸ ਤੋਂ ਬਾਅਦ ਉਹਦੇ ਉੱਤੇ ਕੀ ਯਾਰ ਪਰਾਲੀ ਵਗੈਰਾ ਸੁੱਟਣੀ ਹੈ ਇਹਨਾਂ ਦੇ। ਹਾਂਜੀ, ਸੁੱਕ ਉਹ ਸੁੱਟੀ ਦੀ ਹੈ, ਸ਼ਾਮ ਨੂੰ ਇਹਨਾਂ ਨੂੰ ਠੰਡ ਨਾ ਲੱਗੇ ਤਾਂ ਕਿ। ਤੇ ਫਿਰ ਇਹਨਾਂ ਨੂੰ ਸਵੇਰ ਕੱਢੀ ਦਾ, ਧੁੱਪ 'ਚ ਪਾਈਦਾ। ਠੀਕ ਹੈ, ਫਿਰ ਇਹਨਾਂ ਨੂੰ 9-10 ਵਜੇ ਨਾਲ ਚਰਾਉਣ ਲੈ ਜਾਈਦਾ, ਫਿਰ ਸਾਰਾ ਦਿਨ ਚਰਾ ਕੇ ਸ਼ਾਮ ਨੂੰ ਫਿਰ ਉਹੀ ਰੂਟੀਨ ਘਰ। ਅੱਛਾ, ਹਾਂਜੀ ਇਹ ਤੇ ਤੁਸੀਂ ਚਾਰਦੇ ਹੋ, ਹਾਂਜੀ ਤੇ ਘਰ ਜਦੋਂ ਆਪਣੇ ਫਾਰਮ ਤੇ ਲੈ ਕੇ ਜਾਂਦੇ ਹੋ, ਹਾਂਜੀ। ਇਹਨਾਂ ਨੂੰ ਕੋਈ ਦਾਣੇ ਚਾਰਾ ਹਾਂਜੀ। ਵਗੈਰਾ ਪਾਉਂਦੇ ਹੋ ਕਿ ਪੂਰਾ ਦਿਨ ਚਾਰਨ ਤੇ ਬਸ? ਨਹੀਂ ਨਹੀਂ, ਦਾਣੇ ਵਗੈਰਾ ਵੀ ਸ਼ਾਮ ਨੂੰ ਪਾਈਦੇ ਨੇ ਅਕਸਰ, ਗੁੜ ਵਗੈਰਾ, ਦਾਣੇ, ਹੋਰ ਵੀ ਜਿਹੜੀ ਜ਼ਰੂਰਤ ਦੀ ਚੀਜ਼ ਹੈ ਇਹਨਾਂ ਦੀ, ਉਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਦੇਈਦੀਆਂ ਨੇ। ਇਹ ਦਾਣੇ ਤੇ ਗੁੜ ਕਿੰਨੇ ਦਿਨ ਬਾਅਦ ਇਹਨਾਂ ਨੂੰ ਖਿਲਾਉਂਦੇ? ਤਕਰੀਬਨ ਹਫਤੇ ਦੇ ਵਿੱਚ 3-4 ਦਫਾ ਦੇਈਦਾ ਲਾਜ਼ਮੀ। ਵੱਡੇ ਜਾਨਵਰਾਂ ਨੂੰ? ਹਾਂਜੀ, ਸਾਰਿਆਂ ਨੂੰ, ਛੋਟੇ ਵੱਡਿਆਂ ਨੂੰ। ਠੀਕ ਹੈ, ਕਿੰਜ ਸਰਦੀਆਂ 'ਚ ਖਾਸ ਕਰ ਸਰਦੀਆਂ 'ਚ ਕਿੰਜ ਖਿਲਾਉਂਦੀ ਉਹਨਾਂ ਨੂੰ ਦਾਣੇ ਤੇ ਗੁੜ? ਦਾਣੇ ਤੇ ਗੁੜ ਮਿਕਸ ਕਰ ਕੇ, ਦਾਣਿਆਂ ਦੇ ਵਿੱਚ ਗੁੜ ਸੁੱਟ ਕੇ ਅੱਗੇ ਕੜੀ ਤੇ ਆਪ ਹੀ ਖਾ ਜਾਂਦੀਆਂ ਨੇ। ਆਪਣੀ ਮਰਜ਼ੀ ਨਾਲ? ਹਾਂਜੀ, ਮਰਜ਼ੀ ਨਾਲ। ਅਗਰ ਜ਼ਿਆਦਾ ਖਾਈਆਂ ਨਾ ਨੁਕਸਾਨ ਦੇ ਨਹੀਂ? ਕੋਈ ਨੁਕਸਾਨ ਨਹੀਂ, ਜ਼ਿਆਦਾ ਮੁਕਦਾਰ ਦੇ ਹਿਸਾਬ ਨਾਲ ਹੀ ਪਾਈਦਾ ਨਾ, ਜ਼ਿਆਦਾ ਖਾਣ ਹੀ ਨਹੀਂ ਦੇਈਦਾ। ਅੱਛਾ, ਤੇ ਬਸ ਠੀਕ ਹੈ। ਤੇ ਜਾਨਵਰਾਂ ਨੂੰ ਕੋਈ ਬਿਮਾਰੀ ਵਗੈਰਾ ਵੀ ਹੁੰਦੀ ਜੇ? ਹਾਂਜੀ, ਬਿਮਾਰੀ ਵਗੈਰਾ ਆਈ ਸੀ ਪਿਛਲੇ ਸਾਲ, ਕਾਫੀ ਬਿਮਾਰੀ ਆਈ ਸੀ, ਜਾਨਵਰ ਬਹੁਤ ਜ਼ਿਆਦਾ ਮਰ ਗਏ ਸਨ ਸਾਡੇ। ਠੀਕ ਹੈ, ਬੜਾ ਕਿਹੜੀ ਨੁਕਸਾਨ ਬਿਮਾਰੀ ਹੋਇਆ। ਆਈ? ਬਿਮਾਰੀ ਦਾ ਮੈਨੂੰ ਵੀ ਨਹੀਂ ਪਤਾ ਹੁਣ, ਬਿਮਾਰੀ ਕਿਹੜੀ ਹੈ ਸਮਝ ਨਹੀਂ ਸੀ ਆਉਂਦੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਡਾਕਟਰ 3 ਜਾਂ 4 ਚੱਕਰ ਲਾਜ਼ਮੀ ਦਿਨ ਚ ਲਾ ਜਾਂਦਾ ਸੀ। ਠੀਕ ਹੈ, ਚੈੱਕਅਪ ਕਰਦਾ ਸੀ, ਲੇਕਿਨ ਕੋਈ ਫਰਕ। ਅੱਛਾ ਅੱਛਾ ਭਾਈ ਜਾਨ, ਜਾਨਵਰਾਂ ਨੂੰ ਕੋਈ ਬਿਮਾਰੀ ਵਗੈਰਾ ਵੀ ਹੁੰਦੀ ਹੈ? ਹਾਂਜੀ ਭਾਈਜਾਨ, ਬਿਮਾਰੀ ਲੱਗ ਜਾਂਦੀ ਹੈ, ਜ਼ਾਹਰ ਹੈ ਇਹਨਾਂ 'ਚ ਵੀ ਜਾਨ ਹੈ, ਇਨਸਾਨ ਵਾਲੀ ਹਿਸਾਬ ਹੁੰਦਾ ਇਹਨਾਂ ਦਾ ਵੀ। ਠੀਕ ਹੈ, ਲੇਕਿਨ ਕੀ ਹੈ ਕਿ ਅੱਲਾਹ ਪਾਕ ਨੇ ਇਹਨਾਂ ਨੂੰ ਜ਼ੁਬਾਨ ਨਹੀਂ ਦਿੱਤੀ ਹੈ, ਬੋਲ ਨਹੀਂ ਸਕਦੇ। ਤੇ ਪਿਛਲੀ ਦਫਾ ਕਾਫੀ ਨੁਕਸਾਨ ਹੋਇਆ ਸੀ, ਬਿਮਾਰੀ ਆ ਗਈ ਸੀ। ਠੀਕ ਹੈ, ਜਾਨਵਰ ਕਾਫੀ ਮਰ ਗਏ ਸਨ, ਔਰ ਬਿਮਾਰੀ ਦਾ ਮੈਨੂੰ ਵੀ ਨਹੀਂ ਪਤਾ ਬਿਮਾਰੀ ਕਿਹੜੀ ਹੈ। ਠੀਕ ਹੈ, ਜ਼ਿਆਦਾਤਰ ਤੇ ਬੁਖਾਰ ਹੋ ਜਾਂਦਾ ਸੀ, ਨਮੂਨੀਆ ਹੋ ਜਾਂਦਾ ਸੀ ਜਾਨਵਰਾਂ ਨੂੰ। ਠੀਕ ਹੈ, ਤੇ ਇਹ ਹਾਲਾਤ ਪਿਛਲੀ ਦਫਾ ਆਇਆ, ਇਹਦੀ ਵਜ੍ਹਾ ਤੋਂ ਗੰਦਗੀ ਬਹੁਤ ਜ਼ਿਆਦਾ ਆਈ ਹੈ, ਪੱਠੇ ਵਗੈਰਾ ਖਾਂਦੇ ਸਨ ਤੇ ਕਾਫੀ ਜਾਨਵਰ ਮਰ ਗਏ ਸਨ ਸਾਡੇ, ਬਹੁਤ ਨੁਕਸਾਨ ਹੋਇਆ। ਬਾਕੀ ਤੁਸੀਂ ਕੋਈ ਦਵਾਈ ਵਗੈਰਾ ਨਹੀਂ ਖਵਾਲੀ ਇਹਨਾਂ ਨੂੰ? ਦਵਾਈ ਬਹੁਤ ਜ਼ਿਆਦਾ, ਦਵਾਈਆਂ ਤੇ ਤਕਰੀਬਨ ਰੋਜ਼ ਲਈਦੀਆਂ ਸਨ ਡੇਲੀ, ਦਿਨ 'ਚ 2 ਜਾਂ 3 ਦਫਾ ਲਾਜ਼ਮੀ ਚੈੱਕਅਪ ਕਰਵਾਈਦਾ ਸੀ ਇਹਨਾਂ ਦਾ। ਠੀਕ ਹੈ, ਉਹ ਡਾਕਟਰ ਤਸੱਲੀ ਦੇ ਜਾਂਦੇ ਸਨ ਸਹੀ ਹੋ ਜਾਣਗੇ, ਬਾਕੀ ਨਹੀਂ ਯਾਰ, ਬਹੁਤ ਨੁਕਸਾਨ ਹੋਇਆ ਪਿਛਲੀ ਦਫਾ। ਬਾਕੀ ਹੁਣ ਇਨਸ਼ਾਅੱਲਾ ਅਸੀਂ ਵੀ ਕਾਫੀ ਧਿਆਨ ਰੱਖਿਆ ਅੱਗੇ ਨਾਲ, ਪੂਰਾ ਅਲਹਮਦੁਲਿਲਾ ਠੀਕ ਨੇ ਜਾਨਵਰ ਸਾਡੇ, ਵਧੀਆ ਅੱਗੇ ਨਾਲ ਮਾਹੌਲ। ਮਾਸ਼ਾਅੱਲਾ, ਚਲੋ ਅੱਲਾਹ ਪਾਕ ਸਰ ਇਹਨਾਂ ਨੂੰ ਬਿਮਾਰੀ ਤੋਂ ਬਚਾਏ। ਆਮੀਨ। ਤੇ ਅੱਜ ਕੱਲ ਸਰਦੀ ਦੇ ਦਿਨ ਸ਼ੁਰੂ ਨੇ, ਹਾਂਜੀ ਭੇਡਾਂ ਦੇ ਬਾਰੇ 'ਚ ਤੇ ਤੁਸੀਂ ਦੱਸਿਆ ਕਿ ਉਹਨਾਂ ਉੱਤੇ ਓਨ ਹੁੰਦੀ ਹੈ ਤੇ ਉਹਦੀ ਵਜ੍ਹਾ ਤੋਂ ਉਹਨਾਂ ਨੂੰ ਸਰਦੀ ਨਹੀਂ ਲੱਗਦੀ, ਹਾਂਜੀ। ਤੇ ਜਿਹੜੀਆਂ ਬੱਕਰੀਆਂ ਨੇ ਜਾਂ ਉਹਨਾਂ ਦੇ ਬੱਚੇ ਨੇ ਉਹਨਾਂ ਨੂੰ ਸਰਦੀ ਤੋਂ ਕਿੰਜ ਬਚਾਉਂਦੇ ਹੋ? ਵੇਖਣਾ ਭਾਈ ਜਾਨ, ਕਮਰੇ ਬਣਾਏ ਨੇ ਇਹਨਾਂ ਵਾਸਤੇ। ਠੀਕ ਹੈ, ਬੰਦ ਕਮਰੇ। ਠੀਕ ਹੈ, ਸ਼ਾਮ ਨੂੰ ਇਹਨਾਂ ਨੂੰ ਉਹਦੇ ਵਿੱਚ ਡੱਕ ਦੇਈਦਾ, ਔਰ ਛੋਟੇ ਜਿਹੜੇ ਜਾਨਵਰ ਹੁੰਦੇ ਨੇ ਨਾ ਬੱਕਰੀਆਂ ਦੇ ਛੋਟੇ, ਇਹਨਾਂ ਦੇ ਅਲੱਗਾ ਟੋਕਰੇ ਬਣੇ ਹੁੰਦੇ ਨੇ। ਠੀਕ ਹੈ, ਉਹਨਾਂ ਦੇ ਥੱਲੇ ਬੋਰੀ ਵਗੈਰਾ ਪਵਾ ਕੇ, ਕੋਈ ਗਰਮ ਚੀਜ਼ ਰੱਖ ਕੇ, ਠੀਕ ਹੈ, ਉਹਨਾਂ ਦੇ ਉੱਤੇ ਰੱਖ ਕੇ, ਟੋਕਰਾ ਕਾਫੀ ਵੱਡਾ ਜਿਹਾ ਹੁੰਦਾ ਹੈ, ਤਕਰੀਬਨ ਕੋਈ 8-10 ਦੇ ਥੱਲੇ ਬੱਚੇ ਆ ਹੀ ਜਾਂਦੇ ਨੇ। ਅੱਛਾ, ਠੀਕ ਹੈ, ਬੱਕਰੀਆਂ ਦੇ
ਤੇ ਉੱਤੇ ਢਾਂਪ ਦੇਈਦਾ ਇਹਨਾਂ ਨੂੰ, ਠੀਕ ਹੈ। ਤੇ ਉੱਤੇ ਵੀ ਉਹਦੇ ਬੋਰੀਆਂ ਵਗੈਰਾ ਜਾਂ ਕੱਪੜਾ ਕੋਈ ਰੱਖ ਦੇਈਦਾ, ਇਹਨਾਂ ਨੂੰ ਸ਼ਾਮ ਨੂੰ ਠੰਡ ਨਾ ਲੱਗੇ, ਠੀਕ ਹੈ। ਤੇ ਇਸ ਕਰਕੇ ਇਹਨਾਂ ਦਾ ਵੀ ਟਾਈਮ ਪਾਸ ਹੋ ਜਾਂਦਾ ਹੈ, ਆਹਿਸਤਾ ਆਹਿਸਤਾ ਇਹ ਵੀ ਜਵਾਨ ਹੋ ਜਾਂਦੇ ਨੇ, ਫਿਰ ਪਰੇਸ਼ਾਨੀ ਦੂਰ ਹੋ ਜਾਂਦੀ ਹੈ। ਚਾਹੇ ਇੱਕ ਚੰਗੀ ਨਸਲ ਦੀ ਭੇਡ ਕਿੰਨੇ ਦੀ ਆ ਜਾਂਦੀ ਹੈ? ਚੰਗੀ ਨਸਲ ਦੀ ਭੇਡ ਭਾਈਜਾਨ ਤਕਰੀਬਨ ਮੇਰੇ ਅੰਦਾਜ਼ੇ ਦੇ ਮੁਤਾਬਕ 60,000 ਰੁਪਏ ਦੀ ਆਈ ਹੈ। ਬੱਚਿਆਂ ਸਮੇਤ ਕਿ ਬੱਚਿਆਂ ਨੂੰ ਲੈਦਾ? ਬੱਚੇ ਤੋਂ ਲੈਦਾ ਠੀਕ ਹੋ ਗਿਆ। ਸੂਣ ਵਾਲੀ ਭੇਡ। ਅੱਛਾ, ਸਾਡੇ ਕੁਝ ਦੋਸਤਾਂ ਨੂੰ ਜਿਹੜੇ ਵੀਡੀਓ ਵੇਖਣਗੇ ਉਹਨਾਂ ਨੂੰ ਦੱਸ ਦਿਓ ਕਿ ਅਗਰ ਉਹਨਾਂ ਕਾਰੋਬਾਰ ਕਰਨਾ ਹੈ ਤੇ ਕਿੰਨੀਆਂ ਭੇਡਾਂ ਨੂੰ ਸਟਾਰਟ ਕਰਨ ਤੇ ਕਿੰਨਾ ਖਰਚਾ ਕੋਲ ਹੋਣਾ ਚਾਹੀਦਾ ਹੈ? ਅਗਰ ਮੇਰੇ ਕਿਸੇ ਵੀ ਭਾਈ ਨੇ ਕਾਰੋਬਾਰ ਕਰਨਾ ਹੈ ਨਾ, ਹਾਂਜੀ, ਉਹ 2 ਵੀ ਲੈ ਕੇ ਰੱਖ ਸਕਦਾ, 1 ਵੀ ਲੈ ਕੇ ਰੱਖ ਸਕਦਾ, ਠੀਕ ਹੈ। ਆਹਿਸਤਾ ਆਹਿਸਤਾ ਅੱਲਾਹ ਪਾਕ ਉਹਨਾਂ ਨੂੰ 1 ਤੋਂ 2, 2 ਤੋਂ 3, 3 ਤੋਂ 4 ਐਂਡ ਫਿਰ ਆਹਿਸਤਾ ਆਹਿਸਤਾ ਕਾਫੀ ਬਣ ਜਾਂਦੇ ਨੇ, ਠੀਕ ਹੈ। ਤੇ ਕੋਈ ਗੱਲ ਨਹੀਂ, ਜਿੰਨੇ ਵੀ ਮੇਰੇ ਭਾਈ ਨੇ ਲੈ ਕੇ ਰੱਖਣੀ ਹੈ ਤੇ ਉਹ 1 ਜਾਂ 2 ਲੈ ਕੇ ਰੱਖੇ। ਖਰਚਾ ਇਹਦਾ ਹੀ ਹੋਣਾ ਚਾਹੀਦਾ ਕੋਈ 40 ਤੋਂ 50,000 ਜਾਂ 60,000 ਇੰਨਾ ਕਿ ਇਹਦੇ ਲਗਭਗ ਹੋਣਾ ਚਾਹੀਦਾ, ਠੀਕ ਹੈ। ਬਾਕੀ ਸਭ ਅੱਛਾ, ਕੋਈ ਵੀ ਕਾਰੋਬਾਰ ਕਰ ਸਕਦਾ। ਅੱਛਾ, ਕੋਈ ਜ਼ਮੀਨ ਆਪਣੀ ਰੱਖੀ ਜੀ ਨਾ ਭੇਡਾਂ ਵਾਸਤੇ? ਤੁਹਾਡੀ ਕੋਲ ਹੈ ਆਪਣੀ ਜ਼ਾਤੀ ਜ਼ਮੀਨ, ਪੱਠੇ ਜਿੱਤੇ ਬੀਜੇ ਹੋਣ? ਜ਼ਮੀਨ ਤੇ ਕੋਈ ਨਹੀਂ, ਆਪਣੇ ਪੱਠੇ ਮੁੱਲ ਹੀ ਲਈਦੇ ਨੇ। ਕਿੰਨੇ ਪੱਠੇ ਇੰਨੇ ਭੇਡਾਂ ਵਾਸਤੇ ਚਾਹੀਦੇ ਨੇ? ਪੱਠੇ ਤਕਰੀਬਨ 1 ਨਾਲ ਲਈਦੇ ਨੇ। ਇੱਕ ਨਾਲ ਪੱਠੇ ਨਾਲ ਹਾਂਜੀ, ਫਿਰ ਕਾਫੀ ਇੱਕ ਨੇ? ਨਾਲ। ਹਾਂਜੀ ਕਾਫੀ ਨੇ, ਬਾਕੀ ਚਾਰ ਦੇ ਚੂਰ ਦਿਓ? ਬਾਕੀ ਚਰਾਈ ਦੇ ਨੇ। ਹਾਂਜੀ ਠੀਕ ਹੋ ਗਿਆ ਭਾਈ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਹੋਵੇ ਤੇ ਬੜੀ ਅੱਛੀ ਮਾਲੂਮਾਤ ਦਿੱਤੀ ਹੈ। ਤੇ ਇਨਸ਼ਾਅੱਲਾ ਬੜੀ ਜਲਦੀ ਫਿਰ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼।